ਯਿਸੂ ਦੀ ਵਾਪਸੀ ਦੀ ਖੁਸ਼ਖਬਰੀ। ਪੌਲੁਸ ਤੇ ਸਿਲਾਸ ਥਾਂ-ਥਾਂ ਜਾ ਕੇ ਨਜਾਤ ਦੀ ਖੁਸ਼ਖਬਰੀ ਸੁਣਾਉਂਦੇ ਰਹੇ ਤੇ ਫਿਰਦਿਆਂ-ਫਿਰਦਿਆਂ ਉਹ ਇੱਕ ਸ਼ਹਿਰ ਵਿੱਚ ਪਹੁੰਚੇ ਜਿਹਦਾ ਨਾਂ ਥਸਲਨੀਕੇ ਸੀ। ਉੱਥੇ ਉਹਨਾਂ ਨੂੰ ਕੁਝ ਲੋਕ ਮਿਲੇ ਜਿਹੜੇ ਇਬਰਾਹਿਮ ਦੀ ਨਸਲ ਸਨ। ਪੌਲੁਸ ਨੇ ਉਹਨਾਂ ਨੂੰ ਦੱਸਿਆ ਕਿ ਯਿਸੂ ਉਹ ਨਜਾਤ ਦਹਿੰਦਾ ਹੈ ਜਿਹਦਾ ਰੱਬ ਨੇ ਤੁਹਾਡੇ ਪਿਓ ਦਾਦੇ ਨਾਲ ਵਾਅਦਾ ਕੀਤਾ ਸੀ। ਕਈਆਂ ਨੇ ਤੇ ਪੌਲੁਸ ਦਾ ਯਕੀਨ ਕੀਤਾ ਤੇ ਯਿਸੂ ਉੱਤੇ ਈਮਾਨ ਲੈ ਆਏ, ਪਰ ਬਾਕੀ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹਨਾਂ ਨੇ ਕੁਝ ਬਦਮਾਸ਼ਾਂ ਨੂੰ ਜਮ੍ਹਾਂ ਕਰਕੇ ਸ਼ਹਿਰ ਵਿੱਚ ਫਸਾਦ ਖੜਾ ਕਰ ਦਿੱਤਾ ਤੇ ਪੌਲੁਸ ਤੇ ਸਿਲਾਸ ਨੂੰ ਫੜਨ ਲਈ ਉਹ ਯਿਸੂ ਦੇ ਮੰਨਣ ਵਾਲੇ ਇੱਕ ਭਰਾ ਦੇ ਘਰ ਜਾ ਵੜੇ। ਪੌਲੁਸ ਤੇ ਸਿਲਾਸ ਤੇ ਉਹਨਾਂ ਨੂੰ ਨਾ ਮਿਲੇ, ਪਰ ਉਹ ਉਸ ਤੇ ਉਹਦੇ ਨਾਲ ਕੁਝ ਹੋਰਾਂ ਨੂੰ ਵੀ ਡਰਾਉਂਦੇ ਹੋਏ ਹਾਕਮਾਂ ਦੇ ਕੋਲ ਲੈ ਗਏ ਤੇ ਜਾ ਕੇ ਕਹਿਣ ਲੱਗੇ, ਸਰਕਾਰ, ਪੌਲੁਸ ਤੇ ਸਿਲਾਸ ਨਾਂ ਦੇ ਦੋ ਬੰਦੇ ਜਿਨ੍ਹਾਂ ਸਾਰੇ ਜੱਗ ਵਿੱਚ ਫਸਾਦ ਪਾਇਆ ਹੈ, ਸਾਡੇ ਸ਼ਹਿਰ ਵਿੱਚ ਵੀ ਆ ਗਏ ਨੇ ਤੇ ਅਸੀਂ ਤੁਹਾਡੇ ਕੋਲ ਇਹਨਾਂ ਬੰਦਿਆਂ ਨੂੰ ਲੈ ਕੇ ਆਏ ਹਾਂ, ਕਿਉਂ ਜੋ ਇਹਨਾਂ ਨੇ ਪੌਲੁਸ ਤੇ ਸਿਲਾਸ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ। ਇਹ ਗੱਲ ਸੁਣ ਕੇ ਹਾਕਮ ਤੇ ਦੂਜੇ ਲੋਕੀ ਵੀ ਕੁਝ ਘਬਰਾ ਜੇ ਗਏ, ਪਰ ਉਹਨਾਂ ਨੇ ਇਮਾਨਦਾਰ ਭਰਾਵਾਂ ਨੂੰ ਜ਼ਮਾਨਤ ਲੈ ਕੇ ਛੱਡ ਦਿੱਤਾ। ਉਸੇ ਰਾਤ ਯਿਸੂ ਦੇ ਮੰਨਣ ਵਾਲਿਆਂ ਨੇ ਪੌਲੁਸ ਤੇ ਸਿਲਾਸ ਨੂੰ ਚੋਰੀ ਛੁਪੇ ਸ਼ਹਿਰੋਂ ਬਾਹਰ ਕੱਢ ਦਿੱਤਾ। ਪੌਲੁਸ ਥਸਲਨੀਕੇ ਤੋਂ ਆ ਤੇ ਗਿਆ, ਪਰ ਉਹ ਕਦੇ ਵੀ ਉੱਥੇ ਦੇ ਲੋਕਾਂ ਨੂੰ ਭੁੱਲਿਆ ਨਹੀਂ। ਉਹਨੇ ਕਈ ਵਾਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਵਾਪਸ ਉਹਨਾਂ ਕੋਲ ਜਾਵੇ, ਪਰ ਕਿਸੇ ਵਜ੍ਹਾ ਤੋਂ ਉਹ ਉਹਨਾਂ ਕੋਲ ਜਾ ਨਾ ਸਕਿਆ। ਪਰ ਉਹਨੇ ਆਪਣੇ ਇੱਕ ਸ਼ਾਗਿਰਦ ਨੂੰ, ਜਿਹੜਾ ਉਹਨੂੰ ਪੁੱਤਰਾ ਵਾਂਗ ਸੀ ਤੇ ਜਿਹਦਾ ਨਾਂ ਤਿਮੋਥਿਉਸ ਸੀ, ਉਹਨਾਂ ਕੋਲ ਘੱਲਿਆ। ਤਿਮੋਥਿਉਸ ਗਿਆ ਤੇ ਇਸ ਖਬਰ ਨਾਲ ਵਾਪਸ ਆਇਆ ਕਿ ਥਸਲਨੀਕੇ ਦੇ ਇਮਾਨਦਾਰਾਂ ਨੇ ਜ਼ੁਲਮ ਤੇ ਬੜਾ ਸਿਆ ਹੈ, ਪਰ ਚੰਗੀ ਗੱਲ ਇਹ ਵੇ ਕਿ ਉਹਨਾਂ ਨੇ ਆਪਣਾ ਈਮਾਨ ਨਹੀਂ ਛੱਡਿਆ। ਇਹ ਖਬਰ ਸੁਣ ਕੇ ਪੌਲੁਸ ਦੀ ਰੂਹ ਰਾਜ਼ੀ ਹੋ ਗਈ ਤੇ ਉਹਨੇ ਥਸਲਨੀਕੇ ਦੇ ਇਮਾਨਦਾਰਾਂ ਨੂੰ ਇੱਕ ਚਿੱਠੀ ਲਿਖੀ ਤੇ ਚਿੱਠੀ ਵਿੱਚ ਲਿਖਿਆ, ਅਸੀਂ ਹਰ ਵੇਲੇ ਤੁਹਾਡੇ ਲਈ ਰੱਬ ਦਾ ਸ਼ੁਕਰ ਕਰਨੇ ਆ ਤੇ ਨਾਲੇ ਦੁਆ ਵੀ ਕਰਦੇ ਰਹਿੰਦੇ ਆ, ਇਸ ਲਈ ਕਿ ਤੁਸੀਂ ਬੜੇ ਮੰਦੇ ਹਾਲਾਤ ਵਿੱਚ ਖੁਦਾ ਦੇ ਕਲਾਮ ਨੂੰ ਕਬੂਲ ਕੀਤਾ ਤੇ ਬੁੱਤਾਂ ਦੀ ਪੂਜਾ ਛੱਡ ਕੇ ਜ਼ਿੰਦਾ ਖੁਦਾ ਦੇ ਮੰਨਣ ਵਾਲੇ ਬਣ ਗਏ ਤੇ ਇਸ ਲਈ ਤੁਸੀਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਲਈ ਇੱਕ ਮਿਸਾਲ ਬਣ ਗਏ ਹੋ। ਤੁਹਾਨੂੰ ਯਾਦ ਹੋਵੇਗਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਅਸਮਾਨ ਤੇ ਚੜ ਗਿਆ, ਤੇ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਣਾ ਚਾਹੁੰਦਾ ਵਾਂ। ਤੇ ਗੱਲ ਇਹ ਵੇ ਕਿ ਤੁਹਾਨੂੰ ਚਾਹੀਦਾ ਹੈ ਕਿ ਯਿਸੂ ਦੀ ਉਡੀਕ ਵਿੱਚ ਰਹੋ, ਇਸ ਲਈ ਕਿ ਉਹਨੇ ਵਾਪਸ ਵੀ ਆਉਣਾ ਹੈ ਤੇ ਉਹਦੇ ਆਉਣ ਤੋਂ ਪਹਿਲਾਂ ਸਾਰੇ ਜੱਗ ਵਿੱਚ ਅਲਾਰਮ ਵੱਜੇਗਾ। ਤੇ ਯਾਦ ਰੱਖੋ ਕਿ ਜਿਹੜੇ ਯਿਸੂ ਤੇ ਈਮਾਨ ਦੀ ਹਾਲਤ ਵਿੱਚ ਮਰ ਗਏ ਨੇ, ਪਹਿਲਾਂ ਉਹ ਜੀ ਉੱਠਣਗੇ ਤੇ ਨਾਲ ਹੀ ਜਿਹੜੇ ਈਮਾਨਦਾਰ ਉਸ ਵੇਲੇ ਜਿਉਂਦੇ ਹੋਣਗੇ, ਉਹ ਜਿਉਂਦੇ ਹੀ ਬਦਲਾਂ ਉੱਤੇ ਚੁੱਕੇ ਜਾਵਣਗੇ, ਤਾਂ ਕਿ ਸਾਰੇ ਮਿਲ ਕੇ ਯਿਸੂ ਨੂੰ ਜੀ ਆਇਆਂ ਨੂੰ ਕਹਿਣ ਤੇ ਫਿਰ ਅਸੀਂ ਸਾਰੇ ਸਦਾ ਯਿਸੂ ਦੇ ਨਾਲ ਰਵਾਂਗੇ।